जयति गं 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 जयते 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 गं खंड बेहंदम जय जय जग कारण शिष्ट उबारण जय जय जग कारण शिष्ट उबारण मम प्रतिपारण जयते गं मम प्रतिपारण जयते गं जयते गं जयते गं जयते गं जयते गं जयते गं जयते जयते गं जयते गं जयते गं जयते ये बाग है सतगुरां दे मेले बड़ा सोहना सुंदर फुल्लां दा बाग ही बहुत सोहना सतगुरु जी इत्थे रोजाना ही सैर करा करदे सी इत्थे माता जीत कौर जी सतगुरां वास्ते सुंदर फुल्लां दी माला परो के सतगुरां नूं हाज़र करदे बहुत माता जीत कौर जी इत्थे बाग दे विच बड़ा इंटरस्ट रखदे फुल्लां दे विच ना बहुत उन्हां नूं इस चीज़ नाल फुल्लां दे नाल बहुत लगाव ते सतगुरां वास्ते बहुत वड्डा सुंदर सोहना फुल्लां दा ते बहुत सोहना बाग है सतगुरु जी रोजाना ही दर्शन करते घूमते ही प्रसादा पानी खा के टहलते ही तो जो जंगा युद्धां का वेला आया सिंह शहीदियाँ प्राप्त कर लगे तो सतगुरां ने विचारा कि शहीदां दे संस्कार इसे स्थान पर सोहने बाग दे विच कीते जाण क्योंकि इस तो वधिया जगह होर सतगुरां नूं कोई नहीं पाई नाल सतगुरां ने फरमाया है कि सोहनी जगह के उत्ते शहीदां दे संस्कार होण ते असीं रोज़ दर्शन स्पैशल दर्शन कीते जाण उत्थे जाके शहीदां दी जिहड़ी कुर्बानियां ते जिहड़ा किसी नूं शहीदी प्राप्त होनी जिहड़ी आ इह 21 जन्मां दी बंदगी होवे तां कदे जाके धर्म योद्धे दे वास्ते अपनी शहीदी प्राप्त होंदी एक शहीद होना बहुत वड्डी सामने बोर्ड का की इतिहास ਉਹ ਸਤਿਗੁਰੂ ਜੀ ਜਦੋਂ ਸਿੰਘਾਂ ਦੇ ਸੰਸਕਾਰ ਕਰਦੇ ਸੀ ਤੇ ਸਤਿਗੁਰੂ ਜੀ ਮੋੜ ਦੀ ਸਾਵੇਂ ਬੜਾ ਚਿਰ ਬੈਠੇ ਰਹਿੰਦੇ ਸੀ ਕਿਉਂਕਿ ਜਾਨੋਂ ਪਿਆਰੇ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਸੀ ਤੇ ਉਹਨਾਂ ਦੀ ਯਾਦ ਵਿੱਚ ਸਤਿਗੁਰੂ ਜੀ ਮੋੜ ਦੀ ਸਾਵੇਂ ਬੜਾ ਚਿਰ ਬੈਠੇ ਰਹਿੰਦੇ ਸੀ ਤੇ ਜਿਹੜੀਆਂ ਸੰਗਤਾਂ ਹੁੰਦੀਆਂ ਸੀ ਫਿਰ ਸਤਿਗੁਰਾਂ ਦੇ ਉੱਥੇ ਦਰਸ਼ਨ ਕਰਦੀਆਂ ਸੀ ਤੇ ਕੋਈ ਸਮਾਂ ਭਾਣਾ ਵਰਤਿਆ ਕਿ ਉਹ ਬੋਰਡ ਜਿਹੜਾ ਸੀ ਉਹ ਸੁੱਕ ਗਿਆ ਤੇ ਸੰਗਤਾਂ ਬੇਨਤੀ ਕੀਤੀ ਮਹਾਰਾਜ ਆਪ ਜੀ ਦੇ ਇੰਨੇ ਚਰਨ ਪਏ ਹੈ ਇਸ ਜਗ੍ਹਾ 'ਤੇ ਇਹ ਬੋਰਡ ਹਰਿਆ ਹੋਣਾ ਚਾਹੀਦਾ ਤੇ ਸਤਿਗੁਰਾਂ ਨੇ ਕਹਿੰਦੇ ਇੱਥੇ ਉਹ ਬਾਈ ਇਸ਼ਨਾਨ ਕਰੇ ਜਿਹਨੇ ਕਦੇ ਮੰਦਰ ਦਾ ਮੂੰਹ ਨਾ ਫਟਕਾਰਿਆ ਹੋਵੇ ਤਾਂ ਇਹ ਬੋਰਡ ਹਰਿਆ ਹੋਇਆ ਹੋ ਸਕਦਾ ਸਤਿਗੁਰੂ ਸੁੱਕੇ ਹਰੇ ਕੀ ਇੱਕ ਮਾਹੇ ਸਤਿਗੁਰੂ ਜੀ ਇੱਕ ਸਿਰ ਦੇ ਸੁੱਕਿਆਂ ਨੂੰ ਹਰਿਆ ਕਰਨ ਵਾਲੇ ਉਹ ਮਹਾਰਾਜ ਨੇ ਇੱਕ ਕੌਤਕ ਕਰਨਾ ਹੈ ਇੱਕ ਮਿਸਾਲ ਪੈਦਾ ਕਰਨੀ ਸੀ ਕਿ ਇੱਦਾਂ ਦੀ ਇੱਕ ਮਾਤਾ ਹੋਈ ਹੈ ਜਿਹਨੇ ਸਾਰੀ ਉਮਰ ਕਿਸੇ ਵੀ ਮਰਦ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਮੂੰਹ ਨਹੀਂ ਜਿੱਦਾਂ ਫਟਕਾਰਿਆ ਫਿਰ ਇੱਕ ਮਾਤਾ ਹੋਈ ਇੱਕ ਮਾਤਾ ਆਗਰੇ ਦੀ ਹੋਈ ਹੈ ਜੀ ਉਹਨੇ ਫਿਰ ਉੱਥੇ ਇਸ਼ਨਾਨ ਕੀਤਾ ਕਿਤੇ ਨਵੇਰੇ ਸਵੇਰੇ ਤੋਂ ਬੋਰਡ ਜਿਹੜਾ ਸਵੇਰ ਨੂੰ ਹਰਿਆ ਹੋ ਗਿਆ ਤੇ ਮਹਾਰਾਜ ਨੇ ਬੇਨਤੀ ਪੁੱਛਿਆ ਕਿ ਸੰਗਤ ਦੇ ਵਿੱਚ ਬੇਨਤੀ ਕੀਤੀ ਕਿ
ਮਾਤਾ ਨੂੰ ਪੁੱਛਿਆ ਕਿ ਕੀ ਕਾਰਨ ਬਣਿਆ ਕਿ ਤੁਸੀਂ ਸਾਰੀ ਉਮਰ ਸਤਿਕਾਰ ਹੀ ਰੱਖਿਆ, ਬੜੀ ਵੱਡੀ ਗੱਲ ਆ। ਨਹੀਂ ਤੇ ਆਮ ਹੀ ਘਰਾਂ 'ਚ ਆਮ ਹੀ ਬੱਚੇ ਨੂੰ ਗਾਲ ਨਿਕਲ ਜਾਂਦੀ ਆ, ਹੈ ਨਾ, ਹਾਸੇ ਮਜ਼ਾਕ 'ਚ ਗੱਲ ਨਿਕਲ ਜਾਂਦੀ ਆ, ਫਟਕਾਰ ਦਾ ਭਾਵ ਫਿੱਟੇ ਮੂੰਹ ਨਹੀਂ ਕਹੀ ਹੋਵੇ ਨਾ। ਉਹ ਸਤਿਗੁਰਾਂ ਨੇ ਜਦੋਂ ਮਾਤਾ ਨੂੰ ਪੁੱਛਿਆ, ਮਾਤਾ ਕਿਹਾ ਅਸੀਂ 7 ਭੈਣਾਂ ਸੀ, ਜਿਹੜੇ ਸਾਡੇ ਪਿਤਾ ਸੀ ਉਹ ਗੁਜ਼ਰ ਗਏ ਸੀ। ਅਸੀਂ 7 ਭੈਣਾਂ ਦੇ ਹੋਣ ਦੇ ਬਾਵਜੂਦ ਵੀ ਸਾਡੀ ਜਿੰਨੀ ਜਾਇਦਾਦ ਸੀ, ਜ਼ਮੀਨ ਜਾਇਦਾਦ ਸੀ, ਸਾਰੀ ਸਰਕਾਰ ਨੇ ਜ਼ਬਤ ਕਰ ਲਈ। ਪੁਰਾਣੇ ਕਾਨੂੰਨ ਹੀ ਜਦੋਂ ਘਰ 'ਚ ਪੁੱਤਰ ਨਹੀਂ ਹੁੰਦਾ ਹੈ ਤੇ ਧੀਆਂ ਦੀ ਕੋਈ ਕਦਰ ਨਹੀਂ ਕਰਦਾ ਹੈ, ਤਾਂ ਜ਼ਮੀਨ ਜਾਇਦਾਦ ਸਾਰੀ ਜ਼ਬਤ ਕੀਤੀ ਜਾਂਦੀ ਹੈ। ਕਹਿੰਦੇ ਅਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਮੰਨਦੀਆਂ ਤੇ ਬੇਨਤੀ ਕੀਤੀ ਸੀ ਮਹਾਰਾਜ ਸਾਡੇ ਘਰ ਪੁੱਤਰ ਹੋ ਜੇ, ਕੋਈ ਪਿਤਾ ਉਹਨਾਂ ਦਾ ਗੁਜ਼ਰ ਗਿਆ ਸੀ। ਕੁਝ ਸਮਾਂ ਪੈਣ ਤੋਂ ਬਾਅਦ ਉਹਨਾਂ ਘਰ ਔਲਾਦ 7 ਭੈਣਾਂ ਤੋਂ ਬਾਅਦ ਇੱਕ ਭਰਾ ਪੈਦਾ ਹੋਇਆ। ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿੰਨੀ ਜਿਵੇਂ ਜ਼ਮੀਨ ਜਾਇਦਾਦ ਧਨ ਦੌਲਤ ਤੇ ਸਾਰਾ ਵਾਪਸ ਉਹਨਾਂ ਨੂੰ ਸਰਕਾਰ ਨੇ ਫਿਰ ਵਾਪਸ ਕਰਤਾ। ਕਹਿੰਦੇ ਉਸ ਦਿਨ ਤੋਂ ਲੈ ਕੇ ਮੈਂ ਕਦੀ ਮਰਦ ਦਾ ਮੂੰਹ ਨਹੀਂ ਫਟਕਾਰਿਆ, ਸਾਰੀ ਉਮਰ ਸਤਿਕਾਰ ਹੀ ਰੱਖਿਆ। ਉਹ ਸਤਿਗੁਰਾਂ ਨੇ ਇੱਕ ਮਿਸਾਲ ਹੀ ਪੈਦਾ ਕੀਤੀ ਕਿ ਦੰਦ ਵੀ ਬੀਬੀਆਂ ਹੋਈਆਂ ਜਿਨ੍ਹਾਂ ਨੇ ਸਾਰੀ ਉਮਰ ਮਰਦ ਦਾ ਸਤਿਕਾਰ ਰੱਖਿਆ। ਇਹ ਵੀ ਬਹੁਤ ਵੱਡੀ ਇੱਕ ਮਿਸਾਲ ਆ। ਸ਼ਹੀਦੀ ਬਾਗ ਦੇ ਵਿੱਚ 12 ਖੂਹ ਸੀ ਪਹਿਲਾਂ ਪੁਰਾਤਨ। ਕਹਿੰਦੇ ਕਿ ਜਦੋਂ 12 ਮਿਸਲਾਂ ਉੱਥੇ ਅਵਤਾਰਾਂ ਕਰਦੀਆਂ ਰਹੀਆਂ ਵਾ, ਉਹਨਾਂ ਦੇ 12 ਖੂਹ ਵੱਖੋ ਵੱਖਰੇ। ਇਸ ਸਮੇਂ ਦੇ ਵਿੱਚ ਹੁਣ 7-8 ਖੂਹ ਮੌਜੂਦ ਹੈਗੇ, ਜਿਹਦੇ ਪੁਰਾਤਨ ਇੱਟਾਂ ਦੇ ਬਣੇ ਹੋਏ ਆ। ਜਿਹੜਾ ਆਪਣੇ ਲੰਗਰ ਉਹ ਵੀ ਪੁਰਾਣਾ ਖੂਹ ਆ। ਭਾਈ ਨੰਦ ਲਾਲ ਜੀ ਦਾ ਲੰਗਰ ਜਿਹੜਾ ਉਹ ਇੱਥੇ ਚੱਲਦਾ ਰਿਹਾ ਹੈ, ਜਿਹੜੀ ਸਤਿਗੁਰਾਂ ਨੇ ਰਾਤ ਨੂੰ ਪ੍ਰੀਖਿਆ ਲਈ ਉਹ ਲੰਗਰ ਇੱਥੇ ਹੀ ਚੱਲਦਾ। ਲੰਗਰ ਨੂੰ ਮਾਰਨ ਨੂੰ ਵਰ ਦਿੱਤੇ ਕਿ ਇਹਦੇ ਸਦਾ ਹੀ ਅੰਮ੍ਰਿਤ ਦੀ ਬਖਸ਼ੀ ਹੈ। ਜਿਹੜਾ ਇੱਕ ਦਾਲ ਖਾ ਜਾਂਦਾ ਉਹ ਦੁਬਾਰਾ ਫਿਰ ਲੋ ਜਾਏਗਾ ਕਿ ਜਾਂ ਨਾਲ ਫੁਲਕਾ ਖਾਈਏ। ਚੰਗਾ, ਇਹ ਗੁਰੂ ਮਹਾਰਾਜ ਦੀ ਘਰ ਦੀ ਵਡਿਆਈ ਸੀਗਾ ਗੁਰੂ 10ਵੇਂ ਪਾਤਸ਼ਾਹ ਜੀ ਦਾ ਬੜਾ ਵੱਡਾ। ਤੇ ਸੋਹਿਨਾ ਮੋਹਿਨਾ ਦਾ ਜਿਹੜਾ ਪ੍ਰਸੰਗ ਹੁੰਦਾ, ਉਹਨਾਂ ਨੇ ਇਸੇ ਬਾਗ 'ਚ ਆ ਕੇ ਸੇਵਾ ਕੀਤੀ ਸੀ। ਫਿਰ ਮਹਾਰਾਜ ਦੇ ਸਿੱਖ ਜਦੋਂ ਜੰਗਾਂ ਯੁੱਧਾਂ ਦਾ ਸਮਾਂ ਆਇਆ, ਸਿੱਖ ਸ਼ਹੀਦ ਹੋਏ, ਉਹਨਾਂ ਸਿੱਖਾਂ ਦਾ ਸੰਸਕਾਰ ਮਹਾਰਾਜ ਇੱਥੇ ਕਰਾਉਂਦੇ ਹੁੰਦੇ ਸੀ। ਆਪ ਮਹਾਰਾਜ ਨੇ ਉਸ ਬੋਰਡ ਦੇ ਹੇਠਾਂ ਬਹਿ ਜਾਣਾ, ਤੇ ਜਦੋਂ ਉਸ ਬੋਰਡ ਦੇ ਹੇਠਾਂ ਬਹਿਣਾ ਨਾ, ਸਮੇਂ ਨਾਲ ਉਹ ਬੋਰਡ ਸੁੱਕ ਗਿਆ ਜੀ। ਤੇ ਸਿੱਖਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਨੇ ਜਿਸ ਬੋਰਡ ਦੇ ਹੇਠਾਂ ਆਪ ਜੀ ਬੈਠੇ ਹੋ, ਇਹ ਤੇ ਸਦਾ ਹੀ ਹਰਿਆ ਰਹਿਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਫਿਰ ਇੱਕ ਇਹੋ ਜਿਹੀ ਬੀਬੀ ਉੱਠੋ, ਸਿੱਖਿਆ ਦੇਣੀ ਸੀ ਮਹਾਰਾਜ ਨੇ, ਜਿਹਨੇ ਕਦੀ ਵੀ ਮਰਦ ਦਾ ਮੂੰਹ ਨਾ ਫਿਟਕਾਰਿਆ ਹੋਵੇ, ਭਾਵ ਮਰਦ ਨੂੰ ਫਿਟੇ ਮੂੰਹ ਵੀ ਨਾ ਆਖਿਆ ਹੋਵੇ, ਇਹ ਵੀ ਸ਼ਬਦ ਨਾ ਬੋਲਿਆ ਹੋਵੇ। ਕੋਈ ਨਾ ਬੀਬੀ ਉੱਠੀ, ਲੜਾਈਆਂ ਤਾਂ ਤੁਸੀਂ ਕਰਦੀਆਂ ਰਹਿੰਦੀਆਂ ਇਹ ਤਾਂ ਪੱਕਾ ਹੀ ਹੈ ਕੰਮ, ਤੇ ਫਿਰ ਤਾਕਤ ਕਿੱਥੋਂ ਆਉਣੀ ਹੈ? ਕੋਈ ਬੀਬੀ ਨਹੀਂ ਉੱਠੀ। ਤੇ ਫਿਰ ਇੱਕ ਆਗਰੇ ਤੋਂ ਮਾਤਾ ਰਾਤ ਉੱਠੀ, ਉਹਨੇ ਇਹਦੇ ਥੱਲੇ ਬਹਿ ਕੇ ਕਹਿੰਦੇ ਵੀ ਭਾਈ ਸੰਤੋਖ ਸਿੰਘ ਲਿਖਦੇ ਵੀ ਜਪਜੀ ਸਾਹਿਬ ਦਾ ਪਾਠ ਕੀਤਾ, ਦਿਨੇ ਹਰਿਆ ਹੋ ਗਿਆ। ਫਿਰ ਪੁੱਛਿਆ ਵੀ ਦੱਸ ਕਿਵੇਂ ਤੇਰੇ 'ਚ ਕਿਹੜੀ ਤਾਕਤ ਹੈ? ਉਹ ਕਹਿੰਦੀਆਂ ਅਸੀਂ 7 ਭੈਣਾਂ ਸੀ, ਸਾਡੇ ਭਰਾ ਦਾ ਜੇ ਜਨਮ ਹੋਣਾ ਸੀਗਾ, ਸਾਡਾ ਪਿਤਾ ਚਾਲਾ ਮਾਰ ਗਿਆ, ਤੇ ਸਾਡੀ ਜਿਹੜੀ ਜਾਇਦਾਦ ਸੀ ਉਹ ਤੁਰਕਾਂ ਜ਼ਬਤ ਕਰ ਲੈਣੀ ਸੀ। ਉਹਨਾਂ ਕਿਹਾ ਸੀ ਵੀ ਜੇ ਤੇ ਮੁੰਡਾ ਹੋ ਗਿਆ ਤੇ ਜਾਇਦਾਦ ਤੁਹਾਨੂੰ ਵਾਪਸ ਦੇ ਦਿਆਂਗੇ, ਤੇ ਜੇ ਬੱਚੀ ਹੋਈ ਤਾਂ ਜਾਇਦਾਦ ਵਾਪਸ ਲੈ ਲੈਣੀ, ਜਾਇਦਾਦ ਤੁਹਾਡੀ ਵੀ ਖੋਹ ਲੈਣੀ। ਫਿਰ ਕਹਿਣ ਲੱਗੀ ਸਾਡਾ ਭਰਾ ਹੋਇਆ, ਫਿਰ ਸਾਡੇ ਤੋਂ ਗਰੀਬੀ ਲੱਥੀ, ਤੇ ਉਸ ਦਿਨ ਤੋਂ ਮੈਂ ਅੱਜ ਤੱਕ ਮਰਦ ਨੂੰ ਫਿੱਟੇ ਮੂੰਹ ਵੀ ਨਹੀਂ ਆਖਿਆ। ਉੱਦਾਂ ਵੀ ਜੋ ਸਮਾਜਿਕ ਤੌਰ ਤੇ ਆ, ਔਰਤ ਦੀ ਸ਼ਾਨ ਮਰਦ ਕਰਕੇ ਹੀ ਹੈ, ਪਤੀ ਪਰਮੇਸ਼ਰ ਕਰਕੇ ਹੀ ਹੈ। ਫਿਰ ਮਹਾਰਾਜ ਨੇ ਇਹ ਸਿੱਖਿਆ ਹੀ ਦਿੱਤੀ ਵੀ ਸਦਾ ਆਪਣੇ ਪਤੀ ਦੀ ਆਗਿਆ 'ਚ ਰਹਿਣਾ, ਹੁਕਮ ਮੰਨਣਾ। ਉਹ ਫਿਰ ਉਹਨੇ ਪਾਠ ਕੀਤਾ ਤੇ ਹੋ ਗਿਆ। ਇੱਥੇ ਪਹਿਲਾਂ 12 ਖੂਹ ਸੀਗੇ ਇਸ ਬਾਗ 'ਚ ਮਿਸਲਾਂ ਦੇ ਸਭ, ਹੁਣ ਕਿੰਨੇ? ਹੁਣ 8 ਖੂਹ। ਭਾਈ ਨੰਦ ਲਾਲ ਜੀ ਦੇ ਲੰਗਰ ਦੀ ਸਾਖੀ ਆਉਂਦੀ ਨਾ, ਮਹਾਰਾਜ ਨੇ ਭੇਖ ਵਟਾਇਆ ਸੀਗਾ, ਰਾਤ ਚੈੱਕ ਕੀਤਾ ਸੀ ਵੀ ਕਿਹਦਾ ਲੰਗਰ ਸੱਚਾ। ਹਾਂ ਦੱਸਦੇ। ਉਹ ਫਿਰ ਦੱਸਦੇ ਆ ਭਾਈ ਨੰਦ ਲਾਲ ਜੀ ਦਾ ਜਿਹੜਾ ਲੰਗਰ ਸੀਗਾ, ਇੱਥੇ ਹੀ ਭਾਈ ਨੰਦ ਲਾਲ ਜੀ ਲੰਗਰ ਲਾਉਂਦੇ ਸੀਗੇ। ਖੂਹ ਹੈਗਾ ਪੁਰਾਤਨ ਉੱਥੇ ਅੰਦਰ ਭਾਈ ਨੰਦ ਲਾਲ ਜੀ ਦਾ। ਥੱਲੇ ਸ਼ਹੀਦਾਂ ਸਿੱਖਾਂ ਦਾ ਸਿੰਘਾਂ ਦਾ ਅੰਗੀਠਾ ਆ, ਜਿੱਥੇ ਸੰਸਕਾਰ ਹੁੰਦੇ। ਦੱਸਦੇ ਆ ਵੀ 84 ਦੇ ਸਮੇਂ ਸਾਹਮਣੇ ਚੋਪੜਾ ਸਾਹਿਬ ਆਪਣੇ ਪ੍ਰਧਾਨ ਜੀ ਦਾ ਘਰ ਆ, ਸਾਹਮਣੇ ਪਾਸੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਕਿਰਾਏਦਾਰ, ਗਵਾਂਢੀ,
ਉਹਨਾਂ ਦੇ ਗਵਾਂਢੀ ਉਹਨਾਂ ਨੇ ਦੱਸਿਆ ਵੀ ਉਹ ਇੱਥੇ ਸੀਗੇ ਉਦੋਂ। ਮਹਾਰਾਜ ਨੇ ਕਿਹਾ ਸੀ ਆਨੰਦਪੁਰ ਸਾਹਿਬ ਨੂੰ ਕਦੀ ਮੁੜ ਹਮਲਾ ਨਹੀਂ ਹੋ ਸਕੇਗਾ। ਫੌਜ ਕੀਰਤਪੁਰ ਸਾਹਿਬ ਤੋਂ ਅੰਨੀ ਹੋ ਜਾਂਦੀ ਸੀ, ਵੇਖਦਾ ਨਹੀਂ ਕੁਛ। ਆਨੰਦਪੁਰ ਸਾਹਿਬ 'ਚ ਦਾਖਲ ਨਹੀਂ ਸੀ ਫੌਜ ਹੋ ਸਕਦੀ। ਫਿਰ ਜਿਹੜਾ ਸ਼ਹੀਦਾਂ ਦਾ ਥੜਾ ਸੀ ਨਾ 84 'ਚ ਪੂਰਾ ਤਪਣ ਲੱਗ ਪਿਆ ਸੀ। ਜ਼ੁਲਮ ਹੋ ਰਿਹਾ ਸੀ ਨਾ, ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਹੋ ਰਹੀ, ਥੱਲੇ ਉਹ ਥੜਾ ਹੈਗਾ, ਉਹ ਪੂਰਾ ਤਪਣ ਲੱਗ ਪਿਆ ਸੀ ਥੜਾ। ਇਹ ਮਹਾਰਾਜ ਦਾ ਬਾਗ ਸੀ ਸੱਚੇ ਪਾਤਸ਼ਾਹ ਜੀ ਦਾ। ਇੱਥੇ ਮਹਾਰਾਜ ਨੇ ਬਹੁਤ ਜਨਮ ਪਾਇਆ। ਸ਼ਹੀਦਾਂ ਸਿੱਖਾਂ ਦੇ ਸਿੰਘਾਂ ਦੇ ਸੰਸਕਾਰ ਹੋਣ ਕਰਕੇ ਇਹਦਾ ਨਾਮ ਪੈ ਗਿਆ ਸ਼ਹੀਦੀ ਬਾਗ। ਠੀਕ ਹੈ। ਹੁਣ ਇਹ ਅਸਥਾਨ ਦੀ ਜਿਹੜੀ ਸੇਵਾ ਉਹ ਬਾਬਾ ਗੁਰਦੇਵ ਸਿੰਘ ਜੀ ਕਰਾ ਰਹੇ ਇੱਥੇ ਨੇ ਨਾ, ਇਹ ਲੱਗ ਗਏ ਕਿਤੇ ਗਏ ਨੇ ਉਹਦੇ ਇੱਥੇ ਨੇ। ਉਹ ਅਰੇ ਗੁਰਦੁਆਰਾ ਸਾਹਿਬ ਬਣ ਰਿਹਾ ਸੀ ਤੇ ਹਜੂਰ ਸਾਹਿਬ ਨਮਸਕਾਰ ਕਰਨ ਗਏ ਕਿਸੇ ਸਮਾਗਮ 'ਚ, ਉੱਥੇ ਉਹ ਸਰੀਰ ਛੱਡ ਗਏ ਤੇ ਬਾਬਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲਿਆਂ ਬਾਂਹ ਫੜੀ ਰੱਖੀ, ਮਹਾਰਾਜ ਸਾਡੇ ਸਿੰਘ ਨੂੰ ਵਾਪਸ ਭੇਜੋ, ਉਹਦੀ ਸੇਵਾ ਲੈਣੀ ਹੈ। ਬਾਬਾ ਜੀ ਦੇ ਕੋਲ ਅਸੀਂ ਉਦੋਂ ਬੈਠੇ ਹਾਂ। ਬਾਬਾ ਜੀ ਆਪ ਦੱਸਦੇ ਸੀ ਵੀ ਮੈਂ ਤਾਂ ਬਹੁਤ ਸੂਖਮ ਮੰਡਲਾਂ 'ਚ ਉੱਡਦਾ ਜਾ ਰਿਹਾ ਸੀ। ਫਿਰ ਮਹਾਰਾਜ ਨੇ ਉਹਨਾਂ ਨੂੰ ਵਾਪਸ ਘੱਲਿਆ ਇਸ ਸਥਾਨ ਦੀ ਸੇਵਾ ਵਾਸਤੇ। 1 ਘੰਟੇ ਬਾਅਦ ਫਿਰ ਬਾਬੇ ਆਪਣੀ ਸਰੀਰ ਦੇ ਵਿੱਚ ਵਾਪਸ ਆ ਗਏ। 1 ਘੰਟਾ ਡੈੱਡ ਪਿਆ ਰਿਹਾ ਸਰੀਰ। ਵਾਹਿਗੁਰੂ ਜੀ ਕਾ ਖਾਲਸਾ। ਜਗਤ ਕੋ ਸੂਰ ਹੈ ਸਭ ਜਗ ਭਇਓ, ਜੈ 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 ਸੁਰਭਾ। ਸਾਧ ਸੰਗਤ ਜੀ, ਇਸ ਸਮੇਂ ਜਿਸ ਪਵਿੱਤਰ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ, ਜਦੋਂ ਭਾਈ ਜੈਤਾ ਜੀ ਦਿਨ ਰਾਤ ਝਾਕ ਕੇ ਦਿੱਲੀ ਤੋਂ ਸਤਿਗੁਰੂ ਜੀ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਪਹੁੰਚਣਾ ਕਰਨਾ ਸੀ ਮਹਾਰਾਜ ਜੀ ਭਾਈ ਜੈਤਾ ਜੀ ਨੇ। ਉਹਨਾਂ ਦੇ ਮਨ ਵਿੱਚ ਫੁਰਨ ਆਇਆ ਵੀ ਗੁਰੂ ਹਰਿ ਰਾਏ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੇ ਪਵਿੱਤਰ ਸਰੀਰਾਂ ਦੇ ਜਿਹੜੇ ਸੰਸਕਾਰ ਨੇ ਉਹ ਕੀਰਤਪੁਰ ਸਾਹਿਬ ਹੋਏ ਆ। ਹੋ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਜਿਹੜਾ ਸੰਸਕਾਰ ਹੈ ਉਹ ਵੀ ਕੀਰਤਪੁਰ ਸਾਹਿਬ ਹੀ ਹੋਣਾ ਹੋਵੇ। ਸੋ ਭਾਈ ਜੈਤਾ ਜੀ ਮਹਾਰਾਜ ਦਾ ਸੀਸ ਇੱਥੇ ਲੈ ਆਏ ਸੀਗੇ। ਇੱਥੇ ਪੁਰਾਤਨ ਥੜਾ ਸੀ। ਦੱਸਦੇ ਆ ਕਿ ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉਸ ਪੁਰਾਤਨ ਥੜੇ ਦੇ ਉੱਤੇ ਲਿਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਰੱਖਿਆ ਸੀਗਾ। ਮਹਾਰਾਜ ਨੂੰ ਇੱਕ ਸਿੱਖ ਨੇ, ਭਾਈ ਉਹਦਾ ਕਰਕੇ ਉਹ ਸਿੱਖ ਸੀਗਾ, 10ਵੇਂ ਪਾਤਸ਼ਾਹ ਨੂੰ ਉਹਨੇ ਜਾ ਕੇ ਖਬਰ ਦਿੱਤੀ ਵੀ ਸਤਿਗੁਰੂ ਜੀ ਦਿੱਲੀ ਤੋਂ ਭਾਈ ਜੈਤਾ ਆਇਆ ਤੇ ਆਪ ਜੀ ਦੇ ਪਿਤਾ ਜੀ ਦਾ ਸੀਸ ਲੈ ਕੇ ਆਇਆ। ਸਤਿਗੁਰੂ ਜੀ ਫਿਰ ਸਿੱਖਾਂ ਦੇ ਸਮੇਤ ਇੱਥੇ ਪਾਲਕੀ ਸਾਹਿਬ ਵਿੱਚ ਆਏ। ਵਾਹਿਗੁਰੂ ਪਾਲਕੀ ਸਾਹਿਬ ਲੈ ਕੇ ਆਏ ਤੇ ਜਦੋਂ ਮਹਾਰਾਜ ਨੇ ਆ ਕੇ ਸੀਸ ਦੇ ਦਰਸ਼ਨ ਕੀਤੇ ਤੇ ਭਾਈ ਜੈਤਾ ਜੀ ਇਕੱਲੇ ਇੱਕ ਪਾਸੇ ਸੰਗਤ ਵਿੱਚ ਸਿਰ ਨੀਵਾ ਕਰਕੇ ਬੈਠੇ ਸਨ। ਮਹਾਰਾਜ ਨੇ ਭਾਈ ਜੈਤੇ ਨੂੰ ਪੁੱਛਿਆ, ਸੰਗਤ ਨੂੰ ਪੁੱਛਿਆ ਵੀ ਜੈਤਾ ਕਿੱਥੇ ਹੈ? ਤੇ ਜੈਤਾ ਜੀ ਪਿੱਛੇ ਸਿਰ ਨੀਵਾ ਕਰਕੇ ਬੈਠੇ ਸੀਗੇ। ਮਹਾਰਾਜ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਨੇ ਭਾਈ ਜੈਤੇ ਨੂੰ ਕੋਲ ਸੱਦਿਆ, ਪਿਤਾ ਜੀ ਦੇ ਸੀਸ ਦੇ ਦਰਸ਼ਨ ਕੀਤੇ ਤੇ ਭਾਈ ਜੈਤੇ ਨੂੰ ਸੀਨੇ ਨਾਲ ਲਾ ਕੇ ਕਿਹਾ ਵੀ ਜਿਵੇਂ ਇੱਕ ਬੱਚਾ ਆਪਣੇ ਬਾਪ ਦੀ ਲਾਸ਼ ਨੂੰ, ਸਰੀਰ ਨੂੰ ਸਾਂਭ ਕੇ ਰੱਖਦਾ, ਤੁਸੀਂ ਸਾਡੇ ਪਿਤਾ ਜੀ ਦੇ ਸਿਰ ਨੂੰ ਐਵੇਂ ਸਾਂਭਿਆ ਤੇ ਤੁਸੀਂ ਵੀ ਅੱਜ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਹੋ। ਤੇ ਜਿਹੜਾ ਬਚਨ ਆਪਾਂ ਇਤਿਹਾਸ ਦਾ ਪੜ੍ਹਦੇ ਹਾਂ, ਰੰਗ ਰੇਟਾ ਗੁਰੂ ਦਾ ਬੇਟਾ, ਉਹ ਸੱਚੇ ਪਾਤਸ਼ਾਹ ਜੀ ਨੇ ਇਸ ਅਸਥਾਨ ਦੇ ਉੱਤੇ ਬਿਬਾਨਗੜ੍ਹ, ਇਸ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਬਿਬਾਨਗੜ੍ਹ, ਬਿਬਾਨ ਨਾਮ ਪਾਲਕੀ ਦਾ, ਬਿਬਾਨਗੜ੍ਹ ਇਹਨੂੰ ਇਸ ਕਰਕੇ ਕਹਿੰਦੇ ਆ ਵੀ ਇੱਥੇ ਮਹਾਰਾਜ ਬਿਬਾਨ ਲੈ ਕੇ ਆਏ ਤੇ ਬਿਬਾਨ ਵਿੱਚ ਮਹਾਰਾਜ ਦਾ ਸੀਸ ਰੱਖਿਆ। ਪਹਿਲਾਂ ਦੱਸਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਈ ਪ੍ਰੇਮੀ ਦੱਸਦੇ ਵੀ ਟੋਕਰੀ ਦੇ ਵਿੱਚ ਰੱਖਿਆ ਸੀ, ਕਈ ਵੈਸੇ ਹੀ ਦੱਸਦੇ ਆ ਵੀ ਚਾਦਰਾਂ ਦੀਆਂ ਤਹਿਵਾਂ ਲਾਈਆਂ ਸੀਗੀਆਂ ਤੇ ਜਿਵੇਂ ਕੋਈ ਕੁੱਛੜ ਨਿਆਣਾ ਚੁੱਕੀਦਾ ਉਵੇਂ ਮਹਾਰਾਜ ਦਾ ਸੀਸ ਜਿਹੜਾ ਸੀਗਾ ਉਹ ਭਾਈ ਜੈਤਾ ਜੀ ਲੈ ਕੇ ਆਏ ਸੀ। ਪਰ ਇੱਥੋਂ ਫਿਰ ਮਹਾਰਾਜ ਦਾ ਸੀਸ ਬਿਬਾਨ ਵਿੱਚ ਸਜਾ ਕੇ ਨਗਰ ਕੀਰਤਨ ਦੇ ਰੂਪ ਵਿੱਚ ਬਾਜਾਂ ਵਾਲੇ ਲੈ ਕੇ ਗਏ, ਤਾਂ ਇਸ ਜਗ੍ਹਾ ਨੂੰ ਬਿਬਾਨਗੜ੍ਹ ਸਾਹਿਬ ਕਹਿੰਦੇ ਆ। ਇਹ ਥਾਂ ਬਹੁਤ ਭਾਗਾਂ ਵਾਲੀ ਹੈ, ਬਹੁਤ ਪਵਿੱਤਰ ਹੈ, ਜਿੱਥੇ ਸਾਡੇ ਸਤਿਗੁਰੂ ਜੀ ਦਾ ਸੀਸ ਆ ਕੇ ਸੁਭਾਇਮਾਨ ਹੋਇਆ। ਤੁਸੀਂ ਆਪਾਂ ਗੁਰੂ ਦੇ ਸਿੱਖਾਂ ਸਾਧ ਸੰਗਤ ਜੀ ਅੰਦਾਜ਼ਾ ਲਾਓ ਕਿ ਜਿਵੇਂ ਕਿਸੇ ਦਾ ਧੜ ਨਾ ਹੋਵੇ ਤੇ ਇਕੱਲਾ ਸਿਰ ਹੀ ਹੋਵੇ ਤੇ ਇਕੱਲਾ ਸੀਸ ਹੀ ਜਿੱਥੇ ਜਾਵੇ, ਮਹਾਰਾਜ ਦਾ ਜਿੱਥੇ ਜਿੱਥੇ ਸੀਸ ਗਿਆ ਉੱਥੇ ਉੱਥੇ ਉਸ ਧਰਤੀ ਨੂੰ ਭਾਗ ਲੱਗਦੇ ਗਏ ਆ।
ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸੀਸ ਨਾਲ ਇਸ ਧਰਤੀ ਨੂੰ ਭਾਗ ਲਾਏ ਆ। ਉੱਥੋਂ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਲਾਏ। ਸੰਗਤਾਂ ਨਨਕਾਣਾ ਸਾਹਿਬ ਜਾਣ ਦੀ ਇੱਛਾ ਰੱਖਦੀਆਂ। ਉੱਥੇ ਜਾਣ ਦੀ ਇੱਛਾ ਸਾਡੀ ਇਸ ਕਰਕੇ ਹੁੰਦੀ ਹੈ ਕਿਉਂਕਿ ਉੱਥੇ ਸਤਿਗੁਰੂ ਜੀ ਦਾ ਅਵਤਾਰ ਹੋਇਆ। ਪਰ ਜੇ ਨਨਕਾਣਾ ਸਾਹਿਬ ਜਾਣਾ ਹੋਵੇ, ਪਾਸਪੋਰਟ ਚਾਹੀਦੇ ਆ, ਸਰਕਾਰੀ ਤੌਰ 'ਤੇ ਇਜਾਜ਼ਤ ਚਾਹੀਦੀ ਹੈ, ਫਿਰ ਜਾ ਕੇ ਨਨਕਾਣਾ ਸਾਹਿਬ ਪਹੁੰਚਿਆ ਜਾਂਦਾ। ਜਿਸ ਸਥਾਨ 'ਤੇ ਅਸੀਂ ਬੈਠੇ ਹਾਂ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਇਹ ਅਸਥਾਨ ਸਾਡਾ 7ਵਾਂ ਤੇ 8ਵਾਂ ਨਨਕਾਣਾ ਸਾਹਿਬ ਹੈ। 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਔਰ ਮਾਤਾ ਅਨੰਤੀ ਜੀ ਦੇ ਗ੍ਰਹਿ ਵਿਖੇ ਇਸ ਅਸਥਾਨ 'ਤੇ ਸਤਿਗੁਰੂ ਜੀ ਨੇ ਅਵਤਾਰ ਧਾਰਨ ਕੀਤਾ। ਜਿਵੇਂ ਅੰਮ੍ਰਿਤਸਰ ਦੇ ਵਿੱਚ ਗੁਰੂ ਕਾ ਮਹਿਲ ਅਸਥਾਨ ਹੈ, ਇਸੇ ਤਰ੍ਹਾਂ ਇਹ ਅਸਥਾਨ ਹੈ। ਸਤਿਗੁਰੂ ਜੀ ਪਹਿਲਾਂ ਇੱਥੇ ਬਾਬਾ ਗੁਰਦਿੱਤਾ ਜੀ ਆਏ ਆ। ਬਾਬਾ ਗੁਰਦਿੱਤਾ ਜੀ ਨੇ ਇੱਥੇ ਘਰ ਬਣਾਇਆ ਸੀ ਆਪਣਾ। ਫਿਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰਿਰਾਏ ਸਾਹਿਬ ਜੀ ਦਾ ਇੱਥੇ ਹੀ ਆਗਮਨ ਹੋਇਆ। ਇੱਥੇ ਹੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਪ੍ਰਾਪਤ ਹੋਈ ਹੈ। ਔਰ ਸਾਧ ਸੰਗਤ ਜੀ, ਇੱਥੇ ਹੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਪਰਿਵਾਰਕ ਤੌਰ ਉੱਤੇ ਨਿੱਜੀ ਘਰ ਵਿੱਚ ਰਹੇ ਹੈ। ਫਿਰ ਇਸੇ ਹੀ ਘਰ ਦੇ ਵਿੱਚ, ਇਸੇ ਹੀ ਜਗ੍ਹਾ ਗੁਰੂ ਹਰਿਰਾਏ ਸਾਹਿਬ ਜੀ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਹੋਇਆ। ਇਹ ਅਸਥਾਨ ਜਦੋਂ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਚਲੇ ਗਏ, ਸਹਿਜੇ ਸਹਿਜੇ ਇਹ ਜਗ੍ਹਾ ਹਿੰਦੂ ਵੀਰਾਂ ਨੇ ਲੈ ਲਈ, ਕਿਉਂਕਿ ਇੱਥੋਂ ਦੀ ਆਭਾ ਮੰਡਲ ਬਹੁਤ ਵਧੀਆ ਸੀ। ਇੱਥੇ ਉਹਨਾਂ ਨੇ ਮੰਦਿਰ ਬਣਾ ਲਿਆ ਤੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਨੇ ਫਿਰ ਇਸ ਜਗ੍ਹਾ ਨੂੰ ਮੁੱਲ ਲੈਣ ਵਾਸਤੇ ਬੜਾ ਯਤਨ ਕੀਤਾ ਕਿ ਸਾਡੇ ਸਤਿਗੁਰੂ ਜੀ ਦਾ ਘਰ ਹੈ, ਸਾਨੂੰ ਵਾਪਸ ਮਿਲੇ। ਤੇ ਹਿੰਦੂ ਵੀਰਾਂ ਨੇ ਕਿਹਾ ਵੀ ਫਿਰ ਜੇ ਅਸੀਂ ਇਹ ਥਾਂ ਤਾਂ ਛੱਡਣੀ ਹੈ, ਜੇ ਤੁਸੀਂ ਸਾਨੂੰ ਮੰਦਿਰ ਨਵਾਂ ਬਣਾ ਕੇ ਦਿਓ ਤੇ ਇੱਥੇ ਲਾਗੇ ਹੀ ਬਣਾ ਕੇ ਦਿਓ। ਸੰਗਤਾਂ ਨੂੰ ਬੇਨਤੀ ਹੈ, ਜਦੋਂ ਤੁਸੀਂ ਇੱਥੋਂ ਬਾਹਰ ਨੂੰ ਜਾਓਗੇ, ਸਾਹਮਣੇ ਹੀ ਇੱਕ ਮੰਦਿਰ ਖੜਾ ਹੈ। ਉਹ ਮੰਦਿਰ ਸੰਤ ਬਾਬਾ ਸੇਵਾ ਸਿੰਘ ਜੀ ਕਿਲ੍ਹਾ ਆਨੰਦਗੜ੍ਹ ਕਾਰ ਸੇਵਾ ਵਾਲਿਆਂ ਨੇ ਬਣਾ ਕੇ ਦਿੱਤਾ। ਔਰ ਇਹ ਕਿਹਾ ਸੀ ਕਿ ਜਦੋਂ ਅਸੀਂ ਮੰਦਿਰ ਦਾ ਉਦਘਾਟਨ ਕਰਾਂਗੇ, ਇੱਥੋਂ ਮੂਰਤੀਆਂ ਚੁੱਕ ਕੇ ਨਗਰ ਕੀਰਤਨ ਕੱਢਿਆ ਸੀ ਉਹਨਾਂ ਨੇ ਮੂਰਤੀਆਂ ਦਾ, ਤੇ ਫਿਰ ਜਾ ਕੇ ਉਸ ਮੰਦਿਰ ਦੇ ਵਿੱਚ ਸੁਭਾਇਮਾਨ ਕੀਤੀਆਂ ਸਨ। ਫਿਰ ਇੱਥੇ ਅਸਥਾਨ ਬਣਾਇਆ ਬਾਬਾ ਜੀ ਨੇ, ਸ਼ੀਸ਼ ਮਹਿਲ ਇਹ ਅਸਥਾਨ ਬਣਾਇਆ। ਬੜੇ ਬੜੇ ਮਹਿੰਗੇ ਸ਼ੀਸ਼ੇ ਉਸ ਸਮੇਂ, ਹੁਣ ਤਾਂ ਸਮੇਂ ਅਨੁਸਾਰ ਹੋਰ ਵੀ ਵਧੀਆ ਵਧੀਆ ਆਏ, ਪਰ ਇਹ ਥਾਂ ਵੀ ਬੜਾ ਪੁਰਾਣਾ ਹੈ। ਤੇ ਉਸ ਸਮੇਂ ਬੜੇ ਬੜੇ ਮਹਿੰਗੇ ਸ਼ੀਸ਼ੇ ਲਿਆ ਕੇ ਇਸ ਥਾਂ ਦੇ ਉੱਤੇ ਬਣਾਏ ਸੀ ਕਿ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਆਮਦ ਹੋਈ ਹੋਵੇ, ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦੀ ਆਮਦ ਹੋਈ ਹੋਵੇ, ਜਿੱਥੇ ਸਤਿਗੁਰੂ ਰਹੇ ਹੋਣ, ਅਸੀਂ ਉਹ ਘਰ ਸ਼ੀਸ਼ਿਆਂ ਵਾਲਾ ਬਣਾਉਣਾ। ਸੁਨਹਿਰੀ ਸ਼ੀਸ਼ੇ ਫਿਰ ਬਾਬਾ ਜੀ ਨੇ ਇਸ ਥਾਂ 'ਤੇ ਲਿਆ ਕੇ ਲਾਏ ਸਨ। ਸੋ ਅਸੀਂ ਭਾਗਾਂ ਵਾਲੇ ਹਾਂ। ਇਹ ਥਾਂ ਨਨਕਾਣਾ ਸਾਹਿਬ ਹੀ ਹੈ। ਪੰਥ ਨੂੰ ਕਦਰ ਨਾ ਹੋਣ ਕਰਕੇ ਇਹਨਾਂ ਸਥਾਨਾਂ 'ਤੇ ਸਾਡਾ ਪੰਥ ਜਿਹੜਾ ਉਹ ਨਹੀਂ ਆਉਂਦਾ। ਜਿਹੜੀਆਂ ਖਾਸ ਥਾਵਾਂ ਹੁੰਦੀਆਂ ਜਿੱਥੇ ਵਰ ਜੁੜੇ ਹੁੰਦੇ ਆ, ਉਹਨਾਂ ਥਾਵਾਂ ਦੇ ਉੱਤੇ ਸਾਡਾ ਪੰਥ ਜਾਂਦਾ ਹੈ। ਪਰ ਜਿੱਥੇ ਵਰ ਨਹੀਂ ਜੁੜੇ, ਪਤਾ ਨਹੀਂ ਹੁੰਦਾ, ਉੱਥੋਂ ਫਿਰ ਸਾਡਾ ਪੰਥ ਕਿਨਾਰਾ ਕਰ ਲੈਂਦਾ। ਇਸ ਕਰਕੇ ਇਸ ਥਾਂ 'ਤੇ ਸੰਗਤਾਂ ਬਹੁਤ ਘੱਟ ਆਉਂਦੀਆਂ, ਪਰ ਇਹ ਥਾਂ ਬਹੁਤ ਮਹਾਨ ਹੈ। ਸਾਡੇ ਸਤਿਗੁਰੂ ਜੀ ਦਾ ਘਰ ਰਿਹਾ। ਲਗਭਗ ਨਹੀਂ ਤੇ 40 ਕੁ ਸਾਲ ਗੁਰੂ ਸਾਹਿਬ ਇਸ ਧਰਤੀ ਉੱਤੇ ਸਰੀਰ ਕਰਕੇ ਵਿਚਰੇ। ਇਸ ਧਰਤੀ ਦਾ ਕਣ ਕਣ ਜਿਹੜਾ ਉਹ ਭਾਗਾਂ ਵਾਲਾ ਹੈ। ਸਾਧ ਸੰਗਤ ਜੀ, ਅੱਜ ਸਾਨੂੰ ਮਹਾਰਾਜ ਜੀ ਦੇ ਆਗਮਨ ਅਸਥਾਨ ਦੇ ਉੱਤੇ
ਦਰਸ਼ਨ ਕਰਨ ਦਾ ਮੌਕਾ ਮਿਲਿਆ, ਸੁਭਾਗ ਮਿਲਿਆ, ਸਤਿਗੁਰੂ ਦੀ ਕਿਰਪਾ ਕਰਨ। ਹੁਣ ਆਪਾਂ ਲਾਗੇ ਹੀ ਕੋਟ ਸਾਹਿਬ ਮਹਾਰਾਜ ਦਾ ਸਥਾਨ ਹੈ, ਉੱਥੇ ਜਾਵਾਂਗੇ। ਫਿਰ ਉਸ ਬਾਗ ਵਿੱਚ ਵੀ ਬੈਠਾਂਗੇ ਕੁਝ ਸਮਾਂ, ਜਿੱਥੇ ਮਹਾਰਾਜ ਟਹਿਲਦੇ ਹੁੰਦੇ ਸੀ। ਗੁਰੂ ਹਰਿਰਾਏ ਸਾਹਿਬ ਜੀ ਨੇ ਸੈਰ ਕਰਨੀ, ਗੁਰੂ ਹਰਗੋਬਿੰਦ ਸਾਹਿਬ ਨੇ ਸੈਰ ਕਰਨੀ। ਸੈਰ ਕਰ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ, ਤੇ ਬਾਬਾ ਗੁਰਦਿੱਤਾ ਜੀ ਛੇਤੀ ਸਰੀਰ ਤਿਆਗ ਗਏ ਸਨ। ਮਰੀ ਹੋਈ ਗਾਂ ਨੂੰ ਜਿੰਦਾ ਕਰਨ ਕਰਕੇ ਉਸ ਸਥਾਨ ਦੇ ਉੱਤੇ ਵੀ ਜਾਣਾ। ਧੰਨ ਬਾਬਾ ਗੁਰਦਿੱਤਾ ਜੀ, ਦੀਨ ਦੁਨੀ ਦਾ ਟਿੱਕਾ ਦੀ, ਜੋ ਵਰ ਮੰਗਿਆ ਸੋ ਵਰ ਦਿੱਤਾ ਜੀ। ਬਾਬਾ ਗੁਰਦਿੱਤਾ ਜੀ ਜਦੋਂ ਸਰੀਰ ਤਿਆਗ ਗਏ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਿਰਾਏ ਸਾਹਿਬ ਨੂੰ ਆਪਣੇ ਕੋਲ ਹੀ ਰੱਖਦੇ ਸੀਗੇ। ਇੱਥੇ ਹੀ ਮਹਾਰਾਜ ਰਹਿੰਦੇ ਸਨ। ਉਸ ਸਮੇਂ ਦੇ ਘਰ ਤੇ ਨਹੀਂ ਮੌਜੂਦ, ਕਿਤੇ ਕਿਤੇ ਥੋੜ੍ਹੀਆਂ ਥੋੜ੍ਹੀਆਂ ਨਿਸ਼ਾਨੀਆਂ ਮੌਜੂਦ ਨੇ। ਅਸੀਂ ਉਸ ਬਾਗ ਵਿੱਚ ਜਾਵਾਂਗੇ। ਜਦੋਂ ਮਹਾਰਾਜ ਗੁਰੂ ਹਰਿਰਾਏ ਸਾਹਿਬ ਥੋੜ੍ਹਾ ਲੇਟ ਹੋ ਗਏ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੈਰ ਨੂੰ ਨਿਕਲ ਗਏ। ਗੁਰੂ ਹਰਿਰਾਏ ਸਾਹਿਬ ਜੀ ਦਾ ਕੱਦ ਲੰਬਾ ਸੀ, ਖੁੱਲ੍ਹਾ ਚੋਲਾ ਪਾਉਂਦੇ ਸੀਗੇ। ਬਚਪਨ ਤੋਂ ਹੀ ਬੜੀ ਤੇਜ਼ੀ ਦੇ ਨਾਲ ਲੰਘ ਰਹੇ ਸੀਗੇ ਤੇ ਫੁੱਲ ਚੋਲੇ ਨਾਲ ਅੜਨ ਕਰਕੇ ਟੁੱਟ ਗਿਆ। ਜਾ ਕੇ ਮਹਾਰਾਜ ਵਿੱਚ ਰਲ ਗਏ, ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਲ ਪਏ। ਵਾਪਸ ਆਏ ਤੇ ਫੁੱਲ ਨੂੰ ਵੇਖ ਕੇ ਗੁਰੂ ਹਰਿਰਾਏ ਸਾਹਿਬ ਉਦਾਸ ਹੋਏ ਵੀ ਇਹ ਮੇਰੀ ਚੋਲੇ ਕਰਕੇ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਸਿੱਖਿਆ ਦਿੱਤੀ ਵੀ ਜਦੋਂ ਚੋਲੇ ਵੱਡੇ ਪਾਈਏ ਫਿਰ ਧਿਆਨ ਦੇ ਨਾਲ ਤੁਰਨਾ ਚਾਹੀਦਾ। ਕਮਾਲ ਦੀ ਗੱਲ ਇਹ ਹੈ ਵੀ ਅਸੀਂ ਤੇ ਗੱਲ ਸੁਣ ਕੇ ਅਨਸੁਣੀ ਕਰ ਦਿਆਂਗੇ, ਪਰ ਗੁਰੂ ਹਰਿਰਾਏ ਸਾਹਿਬ ਸਾਰੀ ਉਮਰ ਹੀ ਜਦੋਂ ਜਦੋਂ ਤੁਰੇ ਤੇ ਪਿੱਛੋਂ ਆਪਣਾ ਚੋਲਾ ਫੜ ਕੇ ਤੁਰਦੇ ਰਹੇ। ਮਹਾਰਾਜ ਗੁਰੂ ਬਣਨ ਤੋਂ ਬਾਅਦ ਵੀ ਚੋਲਾ ਫੜ ਕੇ ਤੁਰਦੇ ਰਹੇ। ਤੇ ਉਸ ਬਾਗ ਵਿੱਚ ਜਾਵਾਂਗੇ। ਭਾਵੇਂ ਉਸ ਸਮੇਂ ਵਰਗਾ ਪੂਰਾ ਤੇ ਨਹੀਂ ਹੈ ਉਹ ਬਾਗ, ਪਰ ਨਿਸ਼ਾਨੀ ਹੈ। ਔਰ ਇਹ ਉਹ ਭਾਗਾਂ ਵਾਲੀ ਥਾਂ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਰੋਜ਼ ਹੀ ਸੈਰ ਕਰਦੇ ਸਨ, ਰੋਜ਼ ਸੈਰ ਕਰਿਆ ਕਰਦੇ ਸਨ। ਲਾਗੇ ਕੋਟ ਸਾਹਿਬ ਆ, ਉੱਥੇ ਮਹਾਰਾਜ ਦੀਵਾਨ ਸਜਾਇਆ ਕਰਦੇ ਸਨ। ਉਹਦੇ ਲਾਗੇ ਹੀ ਹਰਮੰਦਰ ਸਥਾਨ ਹੈ, ਉਹਦੇ ਥੱਲੇ ਭੋਰਾ ਸਾਹਿਬ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੰਦਗੀ ਕਰਦੇ ਸਨ, ਗੁਰੂ ਹਰਿਰਾਏ ਸਾਹਿਬ ਬੰਦਗੀ ਕਰਦੇ ਸਨ। ਸੋ ਅਸੀਂ ਭਾਗਾਂ ਵਾਲੇ ਹਾਂ। ਆਪਣੇ 7ਵੇਂ ਨਨਕਾਣਾ ਸਾਹਿਬ ਆਏ ਹਾਂ, 8ਵੇਂ ਨਨਕਾਣਾ ਸਾਹਿਬ ਆਏ ਹਾਂ ਤੇ ਭਾਗਾਂ ਵਾਲੇ ਹਾਂ। ਸਤਿਗੁਰੂ ਕੋਲੋਂ ਭਾਵਨਾ ਰੱਖੋ, ਇੱਥੋਂ ਜੋ ਮੰਗੋ ਉਹ ਗੁਰੂ ਸਾਹਿਬ ਜੀ ਦੀ ਮਿਹਰ ਹੈ, ਮਿਲਦਾ। ਦੀਵਾਨਗੜ੍ਹ ਸਾਹਿਬ ਤੁਸੀਂ ਸੰਗਤਾਂ ਨੇ ਦਰਸ਼ਨ ਕੀਤੇ ਆ, ਉਹ ਥਾਂ ਬੈਰਾਗ ਵਾਲੀ ਸੀ। ਉੱਥੇ ਜਾ ਕੇ ਹਿਰਦੇ 'ਚ ਬੈਰਾਗ ਪੈਦਾ ਹੁੰਦਾ, ਪਰ ਇਹ ਥਾਂ ਖੁਸ਼ੀ ਵਾਲੀ ਹੈ। ਇੱਥੇ ਸਾਡੇ ਸਤਿਗੁਰੂ ਜੀ ਦਾ ਆਗਮਨ ਹੋਇਆ। ਸੋ ਆਪਾਂ ਉਸ ਸਥਾਨ 'ਤੇ ਆਏ ਹਾਂ, ਪਿਆਰ ਨਾਲ ਦਰਸ਼ਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਤੇਗ ਖੰਡ ਬਿਹੰਡੰ ਖਲ ਦਲ ਖੰਡੰ ਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰਬੰਡੰ ਅਤਰਣ ਮੰਡੰ ਬਰਬੰਡੰ ਦੰਡ ਅਖੰਡੰ ਤੇਜ ਪ੍ਰਚੰਡੰ ਉਜ ਦੰਡ ਅਖੰਡੰ ਉਜ ਦੰਡ ਅਖੰਡੰ ਖੰਡ ਅਖੰਡੰ ਤੇਜ ਪ੍ਰਚੰਡੰ ਉਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਭੰ ਜੋਤ ਅਮੰਡੰ ਪਾਨ ਪ੍ਰਭੰ ਅਜੈ ਤੇਗੰ ਜੈ ਤੇਗੰ ਜੈ ਤੇਗੰ ਜੈ ਤੇਗੰ ਜੈ ਤੇਗੰ ਜੈ ਤੇਗੰ ਜੈ ਤੇ ਜੈ ਤੇਗੰ ਜੈ ਤੇਗੰ ਜੈ ਤੇਗੰ ਜੈ ਤੇਗੰ
ਸੁਖ ਸੰਤਾ ਕਰਣੰ ਦੁਰਮਤ ਧਰਣੰ ਸੁਖ ਸੰਤਾ ਕਰਣੰ ਦੁਰਮਤ ਧਰਣੰ ਕਿਲ ਬਿਖ ਹਰਣੰ ਅਸ ਸਰਣੰ ਕਿਲ ਬਿਖ ਹਰਣੰ ਅਸ ਸਰਣੰ ਜੈ ਜੈ ਜਗ ਕਰੰ ਉਬਾਰਣ ਜੈ ਜੈ ਜਗ ਕਰੰ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ